ਅੱਜ ਆਪਾਂ ਗੱਲ ਕਰਾਂਗੇ ਭਾਈ ਜੈਤਾ ਜੀ ਬਾਰੇ। ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸੀ ਦਿੱਲੀੋਂ ਆਨੰਦਪੁਰ। ਪਰ ਉਸ ਤੋਂ ਉਹਨਾਂ ਦੀ ਪਹਿਲਾਂ ਦੀ ਜ਼ਿੰਦਗੀ ਤੇ ਬਾਅਦ ਦੀ ਜ਼ਿੰਦਗੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ। ਕਿੰਨੇ ਵੱਡੇ ਯੋਧੇ ਸੀਗੇ ਭਾਈ ਜੈਤਾ ਜੀ, ਇਸ ਗੱਲ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਦੀਆਂ 14 ਜੰਗਾਂ 'ਚ ਉਹਨਾਂ ਨੇ ਹਿੱਸਾ ਲਿਆ ਸੀ ਤੇ ਆਪਣੀ ਬਹਾਦਰੀ ਦਿਖਾਈ ਸੀ। ਕਹਿੰਦੇ ਜੰਗ ਦੇ ਮੈਦਾਨ 'ਚ ਭੱਜਦੇ ਘੋੜੇ ਦੇ ਉੱਤੇ ਖੜੇ ਹੋ ਜਾਂਦੇ ਸੀ ਭਾਈ ਜੈਤਾ ਜੀ। ਇੱਕੋ ਟਾਈਮ ਤੇ ਦੋਨੋਂ ਹੱਥ 'ਚ ਬੰਦੂਕਾਂ ਫੜ ਕੇ ਚਲਾਉਂਦੇ ਤੇ ਵੈਰੀਆਂ ਨੂੰ ਮਾਰਦੇ ਰਹਿੰਦੇ। ਹੁਣ ਕਿੰਨਾ ਮਰਜ਼ੀ ਵੱਡਾ ਯੋਧਾ ਹੋਵੇ, ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ, ਕੋਈ ਕਿੰਨਾ ਕੁ ਟਾਈਮ ਬਿਨਾਂ ਰੁਕੇ ਤਲਵਾਰ ਨਾਲ ਲੜ ਸਕਦਾ ਹੈ? ਅੱਧਾ ਘੰਟਾ, 1 ਘੰਟਾ, 2 ਘੰਟੇ। ਭਾਈ ਜੈਤਾ ਜੀ ਕਹਿੰਦੇ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਆ ਨਾ ਜਿਹੜੀ ਜੰਗ 'ਚ, 4 ਘੰਟੇ ਲਗਾਤਾਰ ਬਿਨਾਂ ਰੁਕੇ ਲੜੇ ਸੀਗੇ ਉਹ ਮੁਗਲਾਂ ਨਾਲ। ਤੇ ਅਖੀਰਕਾਰ ਪਹਾੜੀ ਰਾਜਿਆਂ ਦੀ ਇੱਕ ਗੋਲੀ ਆਉਂਦੀ ਹੈ ਤੇ ਭਾਈ ਜੈਤਾ ਜੀ ਦੇ ਸਿੱਧਾ ਸੀਨੇ 'ਚ ਲੱਗਦੀ ਹੈ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ। ਸੋਚੋ ਜੇ ਉਹ ਗੋਲੀ ਨਾ ਲੱਗਦੀ ਹੋਰ ਕਿੰਨਾ ਟਾਈਮ ਲੜੀ ਜਾਂਦੇ ਉਹ। ਗੁਰੂ ਘਰ ਨਾਲ ਇੰਨਾ ਕੁ ਜ਼ਿਆਦਾ ਪਿਆਰ ਕਿ ਸਿੱਖ ਇਤਿਹਾਸ ਦੇ ਉਹ ਇਕਲੌਤੇ ਇਹੋ ਜਿਹੇ ਇਨਸਾਨ ਸੀ ਜਿਨ੍ਹਾਂ ਦਾ ਪਹਿਲਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਤੇ ਦੂਜਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੁੱਤਰਾਂ ਵਾਂਗੂ ਪਿਆਰ ਕਰਦੇ ਸੀ ਭਾਈ ਜੈਤਾ ਜੀ ਨੂੰ। ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ 'ਚ ਵੱਡੇ ਹੋਏ ਭਾਈ ਜੈਤਾ ਜੀ, ਤੇ ਗੁਰੂ ਗੋਬਿੰਦ ਸਿੰਘ ਜੀ ਤੋਂ 6 ਸਾਲ ਵੱਡੇ ਸੀਗੇ ਭਾਈ ਜੈਤਾ ਜੀ। ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਹੱਥਾਂ 'ਚ ਖੜਾਇਆ ਉਹਨਾਂ ਨੇ। 4 ਸਾਹਿਬਜ਼ਾਦਿਆਂ ਨੂੰ ਜਦੋਂ ਅੰਮ੍ਰਿਤ ਛਕਾਇਆ ਗਿਆ, ਉਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਅੰਮ੍ਰਿਤ ਛਕਾਇਆ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਭਾਈ ਜੈਤਾ ਜੀ ਹੀ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ। ਦਿੱਲੀ 'ਚ ਹੋਰ ਬਹੁਤ ਸਿੱਖ ਸੀਗੇ, ਕੋਈ ਹੋਰ ਕਿਉਂ ਨਹੀਂ ਸੀਸ ਲੈ ਕੇ ਆਇਆ? ਇਹ ਕਾਰਨ ਜਾਣਨ ਲਈ ਆਪਾਂ ਨੂੰ ਹੋਰ ਪਿੱਛੇ ਜਾਣਾ ਪੈਣਾ। ਭਾਈ ਜੈਤਾ ਜੀ ਦੇ ਜਿਹੜੇ ਪੁਰਖੇ ਸੀਗੇ ਉਹਨਾਂ 'ਚੋਂ ਸੀਗੇ ਇੱਕ ਭਾਈ ਕਲਿਆਣਾ। ਭਾਈ ਕਲਿਆਣਾ ਗੁਰੂ ਨਾਨਕ ਦੇਵ ਜੀ ਜਦੋਂ ਚੌਥੀ ਉਦਾਸੀ ਤੋਂ ਵਾਪਸ ਆਉਂਦੇ ਨੇ ਤਾਂ ਬਾਬਾ ਬੁੱਢਾ ਜੀ ਦੇ ਨਾਲ ਭਾਈ ਕਲਿਆਣਾ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣਦੇ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਭਾਈ ਕਲਿਆਣਾ ਜਿਹੜੇ ਭਾਈ ਜੈਤਾ ਜੀ ਦੇ ਪੁਰਖੇ ਸੀਗੇ ਉਹਨਾਂ ਨੇ ਸੇਵਾ ਕੀਤੀ ਸਿੱਖ ਗੁਰੂਆਂ ਦੀ। ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਤਾਂ ਭਾਈ ਕਲਿਆਣਾ ਨੇ ਆਪਣੇ ਹੱਥੀਂ ਸੇਵਾ ਕੀਤੀ ਸੀਗੀ। 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਜਹਾਂਗੀਰ ਨੂੰ ਮਿਲਣ ਜਾਂਦੇ ਨੇ ਤਾਂ 5 ਸਿੱਖਾਂ ਨੂੰ ਕੀਰਤਪੁਰ ਸਾਹਿਬ ਦੀ ਜ਼ਿੰਮੇਵਾਰੀ ਦੇ ਕੇ ਜਾਂਦੇ ਨੇ। ਉਹਨਾਂ ਚੋਂ ਇੱਕ ਭਾਈ ਕਲਿਆਣਾ ਸੀਗੇ ਭਾਈ ਜੈਤਾ ਜੀ ਦੇ ਪੁਰਖੇ। ਉਹਨਾਂ ਦੇ ਅੱਗੇ ਚੌਥੀ ਪੀੜ੍ਹੀ ਚੋਂ ਸੀਗੇ ਭਾਈ ਜੈਤਾ ਜੀ। ਭਾਈ ਜੈਤਾ ਜੀ ਦੇ ਪਿਤਾ ਦਾ ਨਾਮ ਸੀਗਾ ਸਦਾਨੰਦ। ਹੁਣ ਸਦਾਨੰਦ ਕੌਣ ਆ? ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਪਿਆਰਾ ਸਿੱਖ ਹੈ। ਇੰਨਾ ਪਿਆਰਾ ਸਿੱਖ ਕਿ ਸਦਾਨੰਦ ਦਾ ਵਿਆਹ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਵਾਇਆ। ਇਹ ਪਰਿਵਾਰ ਦਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੰਨਾ ਪਿਆਰ ਸੀ, ਇਹਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਸਦਾਨੰਦ ਦੇ ਘਰ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹਦਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਆਪ ਰੱਖਦੇ ਨੇ, ਜੈਤਾ। ਗੁਰੂ ਤੇਗ ਬਹਾਦਰ ਸਾਹਿਬ ਗੋਦੀ ਚੱਕ ਕੇ ਖਿਡਾਉਂਦੇ ਰਹੇ ਨੇ ਭਾਈ ਜੈਤਾ ਜੀ ਨੂੰ। ਇੰਨਾ ਪਿਆਰ ਸੀ ਸਦਾਨੰਦ ਦਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀਆਂ ਵੀ ਯਾਤਰਾਵਾਂ ਕੀਤੀਆਂ, ਸਦਾਨੰਦ ਤੇ ਉਹਨਾਂ ਦਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੁੰਦਾ ਸੀ ਹਮੇਸ਼ਾ। ਇਤਿਹਾਸਕਾਰ ਇੱਥੋਂ ਤੱਕ ਵੀ ਲਿਖਦੇ ਨੇ ਕਈ ਕਿ ਭਾਈ ਜੈਤਾ ਜੀ ਦਾ ਜਨਮ ਪਟਨਾ 'ਚ ਹੋਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਗਏ ਹੋਏ ਸੀ, ਉਹਨਾਂ ਦਾ ਪੂਰਾ ਪਰਿਵਾਰ ਪਟਨੇ 'ਚ ਸੀਗਾ ਤੇ ਭਾਈ ਜੈਤਾ ਦਾ ਪਰਿਵਾਰ ਵੀ ਪਟਨੇ 'ਚ ਸੀ। ਉੱਥੋਂ ਫਿਰ ਖਬਰ ਜਾਂਦੀ ਆ ਉਹਨਾਂ ਨੂੰ ਬਾਲ ਗੋਬਿੰਦ ਰਾਏ ਦੇ ਜਨਮ ਦੀ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵੇਲੇ ਭਾਈ ਜੈਤਾ ਜੀ 6 ਸਾਲ ਦੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਅਗਲੇ ਦਿਨ ਇੱਕ ਹੋਰ ਬੱਚੇ ਦਾ ਜਨਮ ਹੁੰਦਾ ਹੈ। ਉਹ ਕੌਣ ਹੈ? ਭਾਈ ਜੈਤਾ ਜੀ ਦੇ ਛੋਟੇ ਭਰਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਬਰ ਪਹੁੰਚਦੀ ਆ ਕਿ ਸਦਾਨੰਦ ਦੇ ਘਰ ਇੱਕ ਹੋਰ ਪੁੱਤਰ ਹੋਇਆ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਇਹ ਬੱਚਾ ਗੋਬਿੰਦ ਰਾਏ ਤੇ ਜੈਤੇ ਦੀ ਸੰਗਤ 'ਚ ਰਹੂਗਾ। ਇਹਦਾ ਨਾਮ ਸੰਗਤਾ, ਜਿਹੜੇ ਭਾਈ ਸੰਗਤ ਸਿੰਘ ਬਣਦੇ ਨੇ ਬਾਅਦ ਚੋਂ। ਇੰਨਾ ਨਜ਼ਦੀਕੀ ਰਿਸ਼ਤਾ ਸੀਗਾ ਭਾਈ ਜੈਤਾ ਜੀ ਦੇ ਪਰਿਵਾਰ ਦਾ ਗੁਰੂ ਤੇਗ ਬਹਾਦਰ ਸਾਹਿਬ ਨਾਲ। ਭਾਈ ਜੈਤਾ ਜੀ ਨੂੰ ਬਚਪਨ ਤੋਂ ਹੀ ਸ਼ਸਤਰ ਵਿੱਦਿਆ ਦੀ ਟ੍ਰੇਨਿੰਗ ਦਿੱਤੀ ਗਈ। ਤੀਰ ਅੰਦਾਜ਼ੀ, ਘੋੜ ਸਵਾਰੀ, ਨੇਜਾ ਸਿੱਟਣਾ, ਬਹੁਤ ਐਕਸਪਰਟ ਸੀਗੇ ਉਹ ਬਚਪਨ ਤੋਂ ਹੀ ਇਹਨਾਂ ਚੀਜ਼ਾਂ 'ਚ। ਇਹਦੇ ਨਾਲ ਨਾਲ ਪੜ੍ਹਾਈ 'ਚ ਬਹੁਤ ਤੇਜ਼ ਸੀਗੇ। ਫਾਰਸੀ, ਉਰਦੂ, ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਦੇ ਐਕਸਪਰਟ ਸੀਗੇ ਉਹ। ਨਾਲ ਦੀ ਨਾਲ ਬਹੁਤ ਵਧੀਆ ਕਵੀ ਸੀਗੇ ਭਾਈ ਜੈਤਾ ਜੀ।
ਭਾਈ ਜੈਤਾ ਜੀ ਦੇ ਜਿਹੜੇ ਪੁਰਖੇ ਸੀਗੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਸੀ, ਭਾਈ ਕਲਿਆਣਾ, ਉਹਨਾਂ ਦੇ ਨਾਮ ਦੀ ਇੱਕ ਧਰਮਸ਼ਾਲਾ ਸੀ ਦਿੱਲੀ 'ਚ, ਜਿੱਥੇ ਦੂਰੋਂ ਦੂਰੋਂ ਵਿਦਿਆਰਥੀ ਗਾਇਨ ਸਿੱਖਣ ਆਉਂਦੇ ਸੀਗੇ। ਇਹ ਮੈਂ ਕਿਉਂ ਦੱਸ ਰਿਹਾ, ਜਦੋਂ ਇਹ ਜੁੜਦੀ ਆ ਉਸ ਚੀਜ਼ ਨਾਲ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਉਂਦੇ ਨੇ ਭਾਈ ਜੈਤਾ ਜੀ, ਉਦੋਂ ਜ਼ਿਕਰ ਆਊਗਾ ਇਹ ਕਲਿਆਣੇ ਦੀ ਧਰਮਸ਼ਾਲਾ ਦਾ। ਭਾਈ ਜੈਤਾ ਜੀ ਜਵਾਨੀ 'ਚ ਆ ਕੇ ਸ਼ਸਤਰ ਵਿੱਦਿਆ 'ਚ ਇੰਨੇ ਨਿਪੁੰਨ ਹੋ ਗਏ ਸੀ ਕਿ ਕਾਫੀ ਸਮਾਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਗ ਰੱਖਿਅਕ ਵੀ ਰਹੇ ਨੇ। ਹੁਣ ਆਉਣੇ ਆ ਆਪਾਂ ਉੱਥੇ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਦਿੱਲੀ ਜਾਂਦੇ ਨੇ ਸ਼ਹਾਦਤ ਦੇਣ ਲਈ, ਤਾਂ ਉਸ ਟਾਈਮ ਭਾਈ ਜੈਤਾ ਜੀ ਵੀ ਦਿੱਲੀ 'ਚ ਹੀ ਸੀਗੇ, ਕਿਉਂਕਿ ਭਾਈ ਜੈਤਾ ਜੀ ਦੇ ਇੱਕ ਤਾਇਆ ਜੀ ਸੀਗੇ ਆਗਿਆ ਰਾਮ, ਉਹ ਦਿੱਲੀ ਰਹਿੰਦੇ ਸੀਗੇ। ਤਾਂ ਇਸ ਕਰਕੇ ਭਾਈ ਜੈਤਾ ਸੀਗੇ ਜਿਹੜੇ, ਉਹਨਾਂ ਦਾ ਦਿੱਲੀ ਤੋਂ ਆਨੰਦਪੁਰ ਆਉਣਾ ਜਾਣਾ ਲੱਗਿਆ ਰਹਿੰਦਾ ਸੀਗਾ। ਉਹ ਐ ਨਹੀਂ ਸੀਗਾ ਕਿ ਪਹਿਲੀ ਵਾਰ ਉਦੋਂ ਆਏ ਸੀਗੇ। ਇੱਕ ਤਾਂ ਜਿਹੜਾ ਭਾਈ ਕਲਿਆਣੇ ਦੀ ਧਰਮਸ਼ਾਲਾ ਸੀ, ਉਹਦੇ 'ਚ ਇਹ ਗਾਇਨ ਸਿੱਖਦੇ ਸੀਗੇ, ਗੁਰਬਾਣੀ ਕੀਰਤਨ ਸਿੱਖਦੇ ਸੀਗੇ। ਇੱਕ ਇਹਨਾਂ ਦਾ ਜਿਹੜਾ ਤਾਇਆ ਸੀਗਾ ਭਾਈ ਆਗਿਆ ਰਾਮ, ਉਹ ਜਿਹੜਾ ਭਾਈ ਲੱਖੀ ਸ਼ਾਹ ਬੰਜ਼ਾਰਾ ਸੀ, ਬਹੁਤ ਵੱਡਾ ਕਾਰੋਬਾਰੀ ਸੀਗਾ ਦਿੱਲੀ ਦਾ, ਉਹਦੇ ਕੋਲ ਉਹ ਨੌਕਰੀ ਕਰਦੇ ਸੀਗੇ। ਉਹਨਾਂ ਨੂੰ ਰਸਤਿਆਂ ਦਾ ਵੀ ਚੰਗੀ ਤਰ੍ਹਾਂ ਪਤਾ ਸੀਗਾ, ਉਹਨਾਂ ਨੂੰ ਗੁਪਤ ਰਸਤਿਆਂ ਦਾ ਵੀ ਚੰਗੀ ਤਰ੍ਹਾਂ ਪਤਾ ਸੀ। ਭਾਈ ਜੈਤਾ ਜੀ ਉਦੋਂ ਦਿੱਲੀ 'ਚ ਹੀ ਮੌਜੂਦ ਸੀਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੁਆਰਾ ਕੈਦ ਕਰ ਲਿਆ ਗਿਆ ਸੀ। ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ, ਤਾਂ ਭਾਈ ਜੈਤਾ ਜੀ ਨੇ ਖੁਦ ਆਪਣੀਆਂ ਅੱਖਾਂ ਨਾਲ ਉਹ ਸ਼ਹਾਦਤ ਦੇਖੀ ਸੀ। ਤਾਂ ਫਿਰ ਇੰਨੇ ਸਖਤ ਪਹਿਰੇ 'ਚੋਂ ਭਾਈ ਜੈਤਾ ਜੀ ਕਿਵੇਂ ਬਾਹਰ ਨਿਕਲੇ ਆਉਂਦੇ ਨੇ। ਔਰੰਗਜ਼ੇਬ ਆਪਾਂ ਸਭ ਜਾਣਦੇ ਹਾਂ ਕਿੰਨਾ ਵੱਡਾ ਜ਼ੁਲਮੀ ਬਾਦਸ਼ਾਹ ਸੀਗਾ, ਪਰ ਉਹਦੇ ਘਰ 'ਚ ਹੀ ਉਹਦੀ ਬੇਟੀ ਸੀ ਜੈਬੋ ਨਿਸ਼ਾਂ, ਜਿਹੜੀ ਨਹੀਂ ਚਾਹੁੰਦੀ ਸੀ ਕਿ ਇੱਕ ਸਿੱਖ ਗੁਰੂ ਦੀ ਸ਼ਹਾਦਤ ਹੋਵੇ ਸਾਡੇ ਰਾਜ ਦੇ ਅੰਦਰ, ਤੇ ਇੰਨਾ ਵੱਡਾ ਪਾਪ ਸਾਡੇ ਖਾਨਦਾਨ ਤੇ ਇੱਕ ਧੱਬਾ ਲੱਗੇ। ਫਿਰ ਜਿਹੜੀ ਕੋਠੜੀ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕੀਤਾ ਗਿਆ ਸੀ, ਉਹਦਾ ਕੋਤਵਾਲ ਸੀ ਅਬਦੁੱਲਾ। ਉਹਦੀ ਡਿਊਟੀ ਫਿਰ ਲਾਈ ਕਿ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੋਂ ਕੱਢ ਦੇ ਉਹਨਾਂ ਦੇ ਸਿੱਖਾਂ ਜ਼ਰੀਏ। ਅਬਦੁੱਲਾ ਕੋਤਵਾਲ ਫਿਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦਾ ਹੈ, ਕਹਿੰਦਾ ਹੈ ਕਿ ਤੁਸੀਂ ਸਭ ਨਿਕਲ ਜਾਓ ਇੱਥੋਂ, ਆਪਣੇ ਸਿੱਖਾਂ ਨੂੰ ਲੈ ਕੇ ਮੈਂ ਤੁਹਾਨੂੰ ਪਿਛਲੇ ਗੇਟ ਵਿੱਚ ਦੀ ਕੱਢ ਦਿੰਨਾ, ਕਿਸੇ ਤੇ ਗੱਲ ਨਹੀਂ ਆਊਗੀ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਕੈਦ ਕੀਤਾ ਗਿਆ ਸੀ, ਤਾਂ ਉਹਨਾਂ ਨੂੰ ਇੱਕ ਗੱਲ ਕਹੀ ਗਈ ਸੀ ਕਿ ਤੁਸੀਂ ਜਾਂ ਤਾਂ ਕਰਾਮਾਤ ਦਿਖਾਓ, ਜਾਂ ਤੁਸੀਂ ਇਸਲਾਮ ਧਰਮ 'ਚ ਆਓ, ਜਾਂ ਫਿਰ ਤੁਸੀਂ ਸ਼ਹਾਦਤ ਲਈ ਤਿਆਰ ਹੋ ਜਾਓ। ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਸੀ ਉਹਨਾਂ ਸਾਹਮਣੇ। ਤਾਂ ਅਬਦੁੱਲਾ ਕੋਤਵਾਲ ਕਹਿੰਦਾ ਹੈ ਕਿ ਸਾਰੇ ਇਹੀ ਮੰਨਣਗੇ ਬਾਅਦ ਚੋਂ ਕਿ ਸਿੱਖਾਂ ਦਾ ਗੁਰੂ ਕਰਾਮਾਤ ਦਿਖਾ ਗਿਆ, ਨਾ ਸਾਡੇ ਤੇ ਗੱਲ ਆਵੇ ਨਾ ਕਿਸੇ ਤੇ ਗੱਲ ਆਵੇ, ਤੁਸੀਂ ਨਿਕਲ ਜਾਓ। ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਇੱਕ ਗੱਲ ਕਹੀ ਕੋਤਵਾਲ ਨੂੰ, ਕਹਿੰਦੇ ਜੇ ਮੇਰੀ ਇੱਥੇ ਸ਼ਹਾਦਤ ਹੁੰਦੀ ਆ ਤਾਂ ਮੇਰੀ ਸਰੀਰਕ ਮੌਤ ਹੋਊਗੀ ਉਹ, ਪਰ ਜੇ ਮੈਂ ਇੱਥੋਂ ਭੱਜ ਗਿਆ ਤਾਂ ਪੂਰੀ ਸਿੱਖ ਕੌਮ ਦੀ ਆਤਮਿਕ ਮੌਤ ਹੋਊਗੀ। ਉਹ ਚ ਕਿੱਡੀ ਵੱਡੀ ਸੋਚ ਸੀ ਉਹਨਾਂ ਦੀ। ਇੱਕ ਮੌਕਾ ਦਿੱਤਾ ਗਿਆ, ਪਤਾ ਹੀ ਸੀਗਾ ਉੱਥੇ ਸਾਫ਼, ਹੋਰ ਤਾਂ ਕੋਈ, ਹੁਣ ਉਹ ਇੰਨੇ ਜ਼ੁਲਮੀ ਬਾਦਸ਼ਾਹ ਸੀਗਾ, ਉਹਨੇ ਕੀ ਕਰਨਾ ਸੀ, ਸ਼ਹੀਦ ਹੀ ਕਰਨਾ ਸੀਗਾ। ਸ਼ਹਾਦਤਾਂ ਤੋਂ ਥੋੜੀ ਨਾ ਡਰੇ ਆ, ਨਾ ਗੁਰੂ ਅਰਜਨ ਦੇਵ ਜੀ ਡਰੇ ਸੀ, ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਡਰੇ ਨੇ, ਨਾ ਹੀ ਫਿਰ ਅੱਗੇ ਬਾਅਦ ਚੋਂ ਸਿੱਖ ਡਰੇ ਨੇ। ਫਿਰ ਉਹਦੇ ਇੰਨਾ ਕਹਿਣ ਦੇ ਬਾਵਜੂਦ ਵੀ ਗੁਰੂ ਸਾਹਿਬ ਨਹੀਂ ਮੰਨੇ। ਪਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਤੂੰ ਜੇ ਸਾਡੀ ਹੈਲਪ ਹੀ ਕਰਨਾ ਚਾਹੁੰਦਾ ਨਾ, ਤਾਂ ਇੱਕ ਕੰਮ ਕਰ, ਮੇਰਾ ਇੱਕ ਸਿੱਖ ਹੈ ਜੈਤਾ, ਇਹਨੂੰ ਕੱਢ ਦੇ ਕਿਸੇ ਤਰੀਕੇ ਨਾਲ। ਕੋਤਵਾਲ ਖੁਸ਼ ਹੋ ਗਿਆ ਕਿ ਚਲੋ ਜੈਬੋ ਨਿਸ਼ਾਂ ਨੂੰ ਮੈਂ ਕੁਛ ਤਾਂ ਜਵਾਬ ਦਊਂਗਾ ਕਿ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਿੱਖ ਕੱਢਤਾ ਮੈਂ। ਉਹ ਕਹਿੰਦਾ ਠੀਕ ਆ। ਤਾਂ ਫਿਰ ਅਬਦੁੱਲੇ ਕੋਤਵਾਲ ਦੀ ਮਦਦ ਨਾਲ ਭਾਈ ਜੈਤਾ ਜੀ ਨੂੰ ਉੱਥੋਂ ਕੱਢਿਆ ਜਾਂਦਾ ਹੈ। ਭਾਈ ਜੈਤਾ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਉੱਥੋਂ ਕੀ ਕੁਛ ਦੇ ਕੇ ਤੋਰਦੇ ਨੇ, ਆਪਣੇ ਲਿਖੇ ਹੋਏ 57 ਸ਼ਲੋਕ, ਜਿਹੜੇ ਬਾਅਦ ਚੋਂ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਐਡ ਕੀਤੇ। ਇੱਕ ਨਾਰੀਅਲ, 5 ਸਿੱਕੇ ਤੇ ਗੁਰਿਆਈ ਦਾ ਤਿਲਕ, ਇੱਕ ਹੁਕਮਨਾਮਾ ਸਿੱਖ ਸੰਗਤ ਦੇ ਨਾਮ। ਇਹ ਸਭ ਕੁਝ ਲੈ ਕੇ ਭਾਈ ਜੈਤਾ ਜੀ ਫਿਰ ਦਿੱਲੀ ਤੋਂ ਆਨੰਦਪੁਰ ਸਾਹਿਬ ਆਉਂਦੇ ਨੇ ਸਿੱਧਾ। ਉੱਥੇ ਫਿਰ ਭਾਈ ਜੈਤਾ ਜੀ ਮਾਤਾ ਗੁਜਰੀ ਜੀ ਤੇ ਗੋਬਿੰਦ ਰਾਏ ਜੀ ਨੂੰ ਦੱਸਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਅਟਲ ਹੈ, ਕਿ ਹੁਣ ਸ਼ਹਾਦਤ ਤੈਅ ਆ, ਰੁਕਦੇ ਨਹੀਂ ਹੈਗੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਸੀ ਕਿ ਤੁਸੀਂ ਇਹ ਸਭ ਕੁਝ ਦੇ ਕੇ ਵਾਪਸ ਦਿੱਲੀ ਨੂੰ ਫਿਰ ਆ ਜਾਣਾ। ਉੱਥੋਂ ਵਾਪਸ ਹੀ ਖੜੇ ਪੈਰ ਫਿਰ ਭਾਈ ਜੈਤਾ ਜੀ ਦਿੱਲੀ ਨੂੰ ਵਾਪਸ ਆ ਜਾਂਦੇ ਨੇ। ਦਿੱਲੀ ਨੂੰ ਜਦੋਂ ਵਾਪਸ ਆਉਂਦੇ ਨੇ, ਫਿਰ ਵੇਲਾ ਆ ਜਾਂਦਾ ਹੈ ਸ਼ਹਾਦਤ ਦਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ 'ਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸੀਸ ਕਿਵੇਂ ਚੱਕਿਆ, ਹੁਣ ਉਸ ਗੱਲ ਤੇ ਆਉਣੇ ਆ। ਭਾਈ ਜੈਤਾ ਜੀ ਸੀਗੇ, ਉਹਨਾਂ ਦੇ ਪਿਤਾ ਸਦਾਨੰਦ, ਉਹ ਵੀ ਉੱਥੇ ਹੀ ਸੀਗੇ। ਉਹਨਾਂ ਦੇ ਤਾਇਆ ਆਗਿਆ ਰਾਮ, ਉਹ ਵੀ ਉੱਥੇ ਹੀ ਸੀਗੇ।
ਲੱਖੀ ਸ਼ਾਹ ਵਣਜਾਰਾ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਦੇ ਘਰ 'ਚ ਗੁਰੂ ਸਾਹਿਬ ਦੀ ਧੜ ਦਾ ਸੰਸਕਾਰ ਹੋਇਆ। ਬਹੁਤ ਵੱਡੇ ਕਾਰੋਬਾਰੀ ਸੀਗੇ ਉਹ। ਆਪਾਂ ਹੁਣ ਅੱਜ ਕੱਲ੍ਹ ਜੇ ਕਿਸੇ ਕੋਲ 2 ਟਰੱਕ ਹੋਣ ਨਾ, ਆਪਾਂ ਕਹਿ ਦਿੰਦੇ ਹਾਂ ਨਾ ਟਰਾਂਸਪੋਰਟੀਆ। ਉਹਨਾਂ ਟਾਈਮ 'ਤੇ ਜਿਹੜੇ ਭਾਈ ਲੱਖੀ ਸ਼ਾਹ ਵਣਜਾਰਾ ਸੀਗੇ, ਇਹਨਾਂ ਦਾ 1000 ਗੱਡਾ ਚੱਲਦਾ ਸੀ ਦਿੱਲੀ 'ਚ। ਉਦੋਂ ਗੱਡੇ ਦਾ ਮਤਲਬ ਹੁੰਦਾ ਸੀ ਵੀ ਜਿਵੇਂ ਅੱਜ ਕੱਲ੍ਹ ਦੇ ਵੱਡੇ ਟਰਾਲੇ ਨੇ, 1000 ਗੱਡਾ ਚੱਲਦਾ ਸੀ ਤਾਂ ਪਹੁੰਚ ਵੀ ਹੋਊਗੀ। ਕੋਈ ਛੋਟਾ ਮੋਟਾ ਮੁਗਲ ਸਿਪਾਹੀ ਤਾਂ ਇਹਨਾਂ ਨੂੰ ਰੋਕ ਵੀ ਨਹੀਂ ਸਕਦਾ। ਉਹਨਾਂ ਦੀ ਫਿਰ ਮਦਦ ਲਈ ਗਈ, ਕਿਉਂਕਿ ਉਹ ਵੀ ਗੁਰੂ ਦੇ ਸਿੱਖ ਸੀਗੇ, ਭਾਈ ਲੱਖੀ ਸ਼ਾਹ ਵਣਜਾਰਾ। ਭਾਈ ਲੱਖੀ ਸ਼ਾਹ ਵਣਜਾਰਾ ਦੇ ਘਰ ਨੌਕਰੀ ਕਰਦੇ ਸੀ ਭਾਈ ਜੈਤਾ ਜੀ ਦੇ ਤਾਇਆ ਆਗਿਆ ਰਾਮ। ਇਹ ਕੜੀਆਂ ਐਂ ਜੁੜ ਰਹੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਭਾਈ ਜੈਤਾ ਨੇ ਆਪਣੇ ਅੱਖੀਂ ਦੇਖੀ ਸੀ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਨੇ ਇਹ ਢਿੰਡੋਰਾ ਪਟਵਾਤਾ ਸੀ ਦਿੱਲੀ 'ਚ ਕਿ ਕੋਈ ਵੀ ਬੰਦਾ ਇੱਥੋਂ ਇਹਨਾਂ ਦਾ ਸੀਸ ਜਾਂ ਧੜ ਚੱਕੂਗਾ ਤਾਂ ਉਹਦੇ ਪੂਰੇ ਪਰਿਵਾਰ ਦਾ ਕੀ ਹਾਲ ਅਸੀਂ ਕਰਾਂਗੇ, ਉਹ ਅੰਦਾਜ਼ਾ ਲਾ ਲੇ ਬਸ। ਹੋਰ ਕਿਹੜਾ ਉੱਥੇ ਸਿੱਖ ਨਹੀਂ ਸੀਗੇ, ਸਿੱਖ ਵੀ ਸੀਗੇ, ਹੋਰ ਤਮਾਸ਼ਬੀਨ ਵੀ ਇਕੱਠੇ ਕੀਤੇ ਗਏ ਸੀ ਦਿੱਲੀ ਦੇ ਕਿ ਤਮਾਸ਼ਾ ਦੇਖੋ, ਸਿੱਖਾਂ ਦਾ ਗੁਰੂ ਅਸੀਂ ਸ਼ਹੀਦ ਕਰ ਰਹੇ ਹਾਂ। ਜਿਹਨੇ ਜ਼ਿੰਮੇਵਾਰੀ ਚੱਕੀ ਸੀਗੀ ਕਸ਼ਮੀਰੀ ਪੰਡਤਾਂ ਦੀ ਕਿ ਹੋਰ ਕੋਈ ਆਵਾਜ਼ ਨਾ ਚੱਕੇ। ਕੌਣ ਚੱਕਦਾ ਸੀ? ਕੋਈ ਆਪਦੇ ਧਰਮ ਵਾਸਤੇ ਨਹੀਂ ਸੀ ਬੋਲਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਦੂਸਰੇ ਧਰਮ ਵਾਸਤੇ ਸ਼ਹਾਦਤ ਦਿੱਤੀ। ਇੱਕ ਐਗਜ਼ਾਮਪਲ ਸੈੱਟ ਕਰਨਾ ਚਾਹੁੰਦਾ ਸੀ ਔਰੰਗਜ਼ੇਬ। ਤਾਂ ਉੱਧਰ ਹੁਣ ਚਾਂਦਨੀ ਚੌਂਕ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਤੇ ਧੜ, ਪੂਰਾ ਚਾਂਦਨੀ ਚੌਂਕ ਲਹੂ ਲਹਾਨ ਹੋਇਆ ਪਿਆ ਹੈ। ਕੋਈ ਹਿੰਮਤ ਨਹੀਂ ਕਰ ਰਿਹਾ ਹੈ ਕਿ ਸੀਸ ਚੱਕ ਲਿਆਈਏ ਜਾਂ ਧੜ ਚੱਕ ਲਿਆਈਏ। ਪਰ ਇੱਧਰ ਗੁਰੂ ਦੇ ਸਿੱਖਾਂ ਨੂੰ ਬੇਚੈਨੀ ਲੱਗੀ ਪਈ ਆ ਭਾਈ ਜੈਤਾ ਜੀ ਹੁਣਾਂ ਨੂੰ ਕਿ ਆਪਾਂ ਬੇਅਦਬੀ ਨਹੀਂ ਹੋਣ ਦੇਣੀ ਗੁਰੂ ਦੇ ਸੀਸ ਦੀ, ਗੁਰੂ ਦੀ ਧੜ ਦੀ, ਕਿ ਕੀ ਕਰੀਏ। ਫਿਰ ਇਹ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਭਾਈ ਕਲਿਆਣਾ, ਜਿਹੜੇ ਪੁਰਖੇ ਸੀਗੇ ਭਾਈ ਜੈਤਾ ਜੀ ਹੁਣਾਂ ਨੇ, ਉਹਨਾਂ ਦੇ ਨਾਮ ਦੀ ਜਿਹੜੀ ਧਰਮਸ਼ਾਲਾ ਸੀ, ਉਹ ਧਰਮਸ਼ਾਲਾ 'ਚ ਬੈਠ ਕੇ ਫਿਰ ਇਹਨਾਂ ਨੇ ਮੀਟਿੰਗ ਕੀਤੀ ਕਿ ਕੀ ਕਰੀਏ, ਪਲੈਨਿੰਗ ਬਣਾਈ ਕਿ ਕਿਵੇਂ ਕਰੀਏ, ਕਿਵੇਂ ਸੀਸ ਚੱਕ ਕੇ ਲਿਆਈਏ ਕਿ ਐਂ ਤਾਂ ਰਹਿਣ ਨਹੀਂ ਦੇਣਾ, ਇਹ ਮੁਗਲਾਂ ਦੇ ਹੱਥ ਬੇਅਦਬੀ ਤਾਂ ਨਹੀਂ ਹੋਣ ਦੇਣੀ ਗੁਰੂ ਸਾਹਿਬ ਦੇ ਸੀਸ ਦੀ ਤੇ ਧੜ ਦੀ, ਕੀ ਕਰੀਏ ਹੁਣ, ਕੀ ਕੀਤਾ ਜਾਏ। ਉੱਥੇ ਫਿਰ ਸਭ ਤੋਂ ਪਹਿਲਾਂ ਭਾਈ ਜੈਤਾ ਜੀ ਉੱਠਦੇ ਨੇ। ਉਹ ਕਹਿੰਦੇ ਨੇ ਕਿ ਮੇਰਾ ਸੀਸ ਧੜ ਨਾਲੋਂ ਅੱਡ ਕਰ ਦਿਓ, ਉੱਥੇ ਰੱਖ ਦਿਓ, ਮੇਰਾ ਸੀਸ ਤੇ ਧੜ ਰੱਖ ਦਿਓ ਤੇ ਗੁਰੂ ਸਾਹਿਬ ਦਾ ਸੀਸ ਤੇ ਧੜ ਚੱਕ ਲਿਆਓ। ਤਾਂ ਇਹ ਗੱਲ ਨੂੰ ਫਿਰ ਟੋਕਦੇ ਨੇ ਉਹਨਾਂ ਦੇ ਪਿਤਾ ਸਦਾਨੰਦ। ਤਾਂ ਉਹ ਕਹਿੰਦੇ ਨੇ ਕਿ ਨਹੀਂ, ਕਿ ਅਸੀਂ ਬਜ਼ੁਰਗਾਂ, ਹੁਣ ਸਾਥੋਂ ਨਾ ਤਾਂ ਸੀਸ ਲਿਆਇਆ ਜਾਵੇ ਚੰਗੇ ਤਰੀਕੇ ਨਾਲ, ਤੂੰ ਨੌਜਵਾਨ ਹੈ, ਤੈਨੂੰ ਰਸਤਿਆਂ ਦਾ ਵੀ ਪਤਾ ਕਿ ਤੂੰ ਸਹੀ ਲਿਜਾ ਸਕਦਾ ਗੁਰੂ ਸਾਹਿਬ ਦਾ ਸੀਸ। ਭਾਈ ਸਦਾਨੰਦ ਜੀ ਫਿਰ ਆਪਦੇ ਪੁੱਤ ਨੂੰ ਹੁਕਮ ਲਾਉਂਦੇ ਨੇ ਕਿ ਚਾਂਦਨੀ ਚੌਂਕ 'ਚ ਜਾ ਕੇ ਤੂੰ ਮੇਰਾ ਸੀਸ ਧੜ ਨਾਲੋਂ ਅੱਡ ਕਰੇਗਾ ਤੇ ਬਦਲ ਲੇਗਾ ਬੋਡੀ। ਚਾਂਦਨੀ ਚੌਂਕ 'ਚ ਜਾ ਕੇ ਭਾਈ ਜੈਤਾ ਜੀ ਆਪਣੇ ਪਿਤਾ ਦਾ ਸਿਰ ਕਲਮ ਕਰਦੇ ਨੇ। ਸੋਚੋ ਕਿੰਨਾ ਵੱਡਾ ਜੇਰਾ ਹੋਊਗਾ ਇੱਕ ਬਾਪ ਦਾ ਸਿਰ ਕਲਮ ਕਰਨਾ। ਕਈ ਲੋਕ ਇਹ ਕਹਿ ਦਿੰਦੇ ਨੇ ਕਿ ਉੱਥੇ ਬਹੁਤ ਹਨੇਰੀ ਤੂਫਾਨ ਆਇਆ, ਕਿ ਹਨੇਰੀ ਤੂਫਾਨ ਦੇ ਆੜ 'ਚ ਉੱਥੋਂ ਸੀਸ ਚੱਕ ਲਿਆਏ ਗੁਰੂ ਸਾਹਿਬ ਦਾ। ਨਹੀਂ, ਏਦਾਂ ਨਹੀਂ ਸੀ ਹੋਇਆ। ਉਹ ਜਿਹੜਾ ਕੋਤਵਾਲ ਸੀਗਾ ਅਬਦੁੱਲਾ, ਉਹਦੀ ਮਦਦ ਲਈ ਗਈ ਸੀ ਤੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਵੀ ਬਹੁਤ ਵੱਡਾ ਰੋਲ ਸੀਗਾ। ਭਾਈ ਜੈਤਾ ਜੀ ਹੁਣਾਂ ਦੀ ਪੂਰੀ ਪਲੈਨਿੰਗ ਸੀ, ਉਹਨਾਂ ਦੇ ਪਿਤਾ ਸਦਾਨੰਦ ਦੀ ਕੁਰਬਾਨੀ ਸੀ। ਇਹ ਸਾਰਾ ਮਿੰਟਾਂ ਸਕਿੰਟਾਂ ਦੀ ਖੇਡ 'ਚ ਹੀ ਹੋਇਆ ਸੀਗਾ, ਕਿਉਂਕਿ ਉੱਥੇ ਸਖਤ ਪਹਿਰਾ ਸੀਗਾ। ਜਿਹੜਾ ਇੱਕ ਜਿਵੇਂ ਕਹਿ ਲਓ ਸ਼ਿਫਟਾਂ ਹੁੰਦੀਆਂ ਨੇ ਕਿ ਜਿਹੜੇ ਸਿਪਾਹੀ ਸੀਗੇ ਉਹਨਾਂ ਨੇ ਚੇਂਜ ਹੋਣਾ ਸੀ ਤੇ ਦੂਜਿਆਂ ਨੇ ਆਉਣਾ ਸੀਗਾ। ਉਨੇ ਹੀ ਟਾਈਮ 'ਚ ਫੌਜਦਾਰ ਨੇ ਇਹਨਾਂ ਨੂੰ ਇਸ਼ਾਰਾ ਕੀਤਾ ਤੇ ਉਨੇ ਹੀ ਟਾਈਮ 'ਚ ਮਿੰਟਾਂ ਸਕਿੰਟਾਂ 'ਚ ਸੀਸ ਤੇ ਧੜ ਦੀ ਅਦਲਾ ਬਦਲੀ ਕੀਤੀ ਗਈ। ਰੂੰ ਦੇ ਗੱਡੇ ਸੀਗੇ ਜਿਹੜੇ, ਉਹ ਚਾਂਦਨੀ ਚੌਂਕ 'ਚ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਕਿ ਰੂੰ ਦੇ ਗੱਡੇ ਭਰ ਕੇ ਪੂਰੇ ਤੁਰੇ ਜਾਣਗੇ, ਰੋਕੂਗਾ ਕੋਈ ਹੈ ਨਹੀਂ। ਤੇ ਸੀਸ ਤੇ ਧੜ ਕਹਿੰਦੇ 5-5 ਕੱਪੜਿਆਂ 'ਚ ਲਪੇਟੇ ਗਏ ਸੀ ਤਾਂ ਕਿ ਰੂੰ 'ਚ ਖੂਨ ਨਾ ਫੈਲੇ। ਤਾਂ ਜਿਹੜਾ ਪਵਿੱਤਰ ਧੜ ਸੀਗਾ ਗੁਰੂ ਸਾਹਿਬ ਦਾ, ਉਹ ਲੈ ਜਾਂਦੇ ਨੇ ਭਾਈ ਲੱਖੀ ਸ਼ਾਹ ਵਣਜਾਰਾ ਆਪਣੀ ਹਵੇਲੀ ਤੇ ਸੀਸ ਲਿਆਉਂਦੇ ਨੇ ਭਾਈ ਜੈਤਾ ਜੀ। ਧੜ ਦਾ ਸੰਸਕਾਰ ਫਿਰ ਕੀਤਾ ਜਾਂਦਾ ਹੈ ਭਾਈ ਲੱਖੀ ਸ਼ਾਹ ਵਣਜਾਰਾ ਦੀ ਹਵੇਲੀ 'ਚ। ਹੁਣ ਲੋਕ ਇਹ ਕਹਿੰਦੇ ਨੇ ਕਿ ਭਾਈ ਲੱਖੀ ਸ਼ਾਹ ਵਣਜਾਰੇ ਦੇ ਘਰ 'ਚ ਕੀਤਾ ਸੀ। ਯਾਰ ਉਹ ਇੰਨਾ ਵੱਡਾ ਕਾਰੋਬਾਰੀ ਸੀ, ਸੋਚ ਕੇ ਦੇਖੋ, 1000 ਉਹਦਾ ਗੱਡਾ ਉਹਦੇ ਕੋਲ, ਠੀਕ ਹੈ। 1000 ਗੱਡੇ ਲਈ ਘੱਟੋ ਘੱਟ 2-3 ਹਜ਼ਾਰ ਬਲਦ ਹੋਣੇ ਆ। ਇੱਕ ਗੱਡੇ ਨੂੰ 2 ਬੰਦੇ ਚਲਾਉਣ ਵਾਲੇ ਵੀ ਹੋ ਗਏ ਤਾਂ ਘੱਟੋ ਘੱਟ 3000 ਤਾਂ ਉਹਨਾਂ ਕੋਲ ਨੌਕਰ ਕੰਮ ਕਰਦੇ ਸੀ। ਤਾਂ ਉਹਨਾਂ ਦਾ ਘਰ ਕਿਵੇਂ ਹੋ ਸਕਦਾ? ਉਹਨਾਂ ਦੀ ਹਵੇਲੀ ਸੀਗੀ ਬਹੁਤ ਵੱਡੀ, ਉਹਨਾਂ ਨੇ ਆਪਣੇ ਨੌਕਰਾਂ ਨੂੰ ਵੀ ਘਰ ਪਾ ਕੇ ਦਿੱਤੇ ਹੋਏ ਸੀਗੇ। ਭਾਈ ਲੱਖੀ ਸ਼ਾਹ ਵਣਜਾਰਾ ਦੀ ਹਵੇਲੀ ਦੇ ਅੰਦਰ ਹੀ ਭਾਈ ਆਗਿਆ ਰਾਮ ਦਾ ਇੱਕ ਘਰ ਸੀ।
ਭਾਈ ਆਗਿਆ ਰਾਮ ਭਾਈ ਜੈਤਾ ਜੀ ਦੇ ਤਾਇਆ ਜੀ। ਤਾਂ ਭਾਈ ਆਗਿਆ ਰਾਮ ਦੇ ਘਰ ਦੇ ਅੰਦਰ ਗੁਰੂ ਸਾਹਿਬ ਦਾ ਧੜ ਦਾ ਸੰਸਕਾਰ ਕੀਤਾ ਗਿਆ। ਜਦੋਂ ਅੱਗ ਦੇ ਭਾਂਬੜ ਮੱਚ ਰਹੇ ਸੀ, ਗੁਰੂ ਸਾਹਿਬ ਦੀ ਧੜ ਦਾ ਸੰਸਕਾਰ ਹੋ ਰਿਹਾ ਸੀਗਾ, ਘਰ ਮੱਚ ਰਿਹਾ ਸੀ, ਤਾਂ ਭਾਈ ਲੱਖੀ ਸ਼ਾਹ ਬੰਜਾਰਾ ਹੁਣੀ ਕਹਿੰਦੇ ਰੌਲਾ ਪਾਈ ਗਏ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਏਦਾਂ ਕੀਤਾ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ। ਤੇ ਭਾਈ ਜੈਤਾ ਜੀ ਫਿਰ ਕਿਵੇਂ ਆਏ ਸੀ, ਇਹ ਵੀ ਪੂਰਾ ਦੱਸਣਾ ਜ਼ਰੂਰੀ ਆ। 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਤੇ 12 ਨੂੰ ਉੱਥੋਂ ਚੱਲਦੇ ਨੇ ਭਾਈ ਜੈਤਾ ਜੀ 322 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ। 5 ਦਿਨਾਂ ਬਾਅਦ 16 ਨਵੰਬਰ ਨੂੰ ਕੀਰਤਪੁਰ ਦੀ ਧਰਤੀ ਤੇ ਪਹੁੰਚਦੇ ਨੇ। ਉਹ ਜਿਹੜਾ ਮੇਨ ਰਸਤਾ ਸੀਗਾ ਉਹ ਰਸਤੇ ਵਿੱਚ ਦੀ ਨਹੀਂ ਆਏ, ਕਿਉਂਕਿ ਉੱਥੇ ਤਾਂ ਪਹਿਰਾ ਸੀਗਾ। ਦਿੱਲੀ 'ਚ ਵੀ ਮਗਰੋਂ ਜਦੋਂ ਸੀਸ ਤੇ ਧੜ ਚੱਕਿਆ ਗਿਆ ਤਾਂ ਭਗਦੜ ਮਚ ਗਈ। ਉੱਥੋਂ ਇਹ ਅਫਵਾਹ ਵੀ ਫੈਲੀ ਕਿ ਸਿੱਖਾਂ ਦਾ ਗੁਰੂ ਕਰਾਮਾਤ ਦਿਖਾ ਗਿਆ। ਜਦੋਂ ਪਤਾ ਲੱਗ ਗਿਆ ਬਾਅਦ ਚੋਂ ਕਿ ਹਾਂ ਇਹ ਜਿਹੜਾ ਸੀਸ ਤੇ ਧੜ ਪਿਆ ਇਹ ਉਹਨਾਂ ਦਾ ਨਹੀਂ ਹੈ, ਪਤਾ ਲੱਗ ਗਿਆ ਸੀ, ਤਾਂ ਫਿਰ ਕਹਿੰਦੇ ਜੀ ਕਰਾਮਾਤ ਦਿਖਾ ਗਿਆ ਗੁਰੂ। ਭਾਈ ਜੈਤਾ ਜੀ ਦਾ ਸਫ਼ਰ ਆ ਜਿਹੜਾ, ਆਪਾਂ ਕਹਿ ਦਿੰਦੇ ਹਾਂ ਕਿ ਸਫ਼ਰ ਲੈ ਆਏ ਉਹ ਸੀਸ। ਕਿਸ ਤਰੀਕੇ ਨਾਲ ਉਹ ਸੀਸ ਲੈ ਕੇ ਆਏ ਹੋਣਗੇ? ਚੱਪੇ ਚੱਪੇ ਤੇ ਮੁਗਲਾਂ ਦਾ ਪਹਿਰਾ। ਰਾਤ ਨੂੰ ਸਫ਼ਰ ਕਰਦੇ ਸੀ ਉਹ, ਜੰਗਲਾਂ ਨਾਲਿਆਂ ਨਦੀਆਂ ਪਾਰ ਕਰਦੇ ਹੋਏ। ਬਾਗਪਤ ਜਾਂਦੇ ਨੇ ਉਹ, ਤਰਾਵੜੀ ਜਾਂਦੇ ਨੇ, ਅੰਬਾਲਾ ਹੁੰਦੇ ਹੋਏ ਨਾਭਾ ਸਾਹਿਬ ਜਾਂਦੇ ਨੇ, ਫਿਰ ਕੀਰਤਪੁਰ ਸਾਹਿਬ ਜਾਂਦੇ ਨੇ। ਕਿਉਂਕਿ ਦਿੱਲੀ ਉਹ ਆਉਂਦੇ ਜਾਂਦੇ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਆਉਂਦੇ ਜਾਂਦੇ ਰਹੇ ਨੇ, ਇਕੱਲੇ ਵੀ ਆਉਂਦੇ ਜਾਂਦੇ ਰਹੇ ਨੇ। ਉਹਨਾਂ ਨੂੰ ਪਤਾ ਸੀ ਕਿ ਕਿੱਥੇ ਕਿੱਥੇ ਗੁਰੂ ਦੇ ਸਿੱਖ ਰਹਿੰਦੇ ਨੇ ਤੇ ਕਿਹੜਾ ਰਸਤਾ ਸੇਫ ਰਹੂਗਾ, ਕਿਹੜਾ ਸ਼ਾਰਟਕਟ ਹੈ। ਕਿਸੇ ਦੁਸ਼ਮਣ ਦੇ ਘਰ ਕਿਉਂ ਨਹੀਂ ਰੁਕ ਗਏ ਉਹ? ਕਿਸੇ ਐਂ ਤਾਂ ਨਹੀਂ ਵੀ ਰੈਂਡਮਲੀ ਕਿਸੇ ਦੇ ਵੀ ਘਰ ਰੁਕ ਗਏ ਸੀ, ਐਂ ਨਹੀਂ ਸੀ। ਉਹਨਾਂ ਨੂੰ ਪਤਾ ਸੀਗਾ ਵੀ ਇੱਥੇ ਇੱਥੇ ਗੁਰੂ ਦੇ ਸਿੱਖ ਰਹਿੰਦੇ ਨੇ। ਹੁਣ ਉਹ ਸਿੱਧਾ ਇੱਕ ਸਵਾਲ ਹੋਰ ਵੀ ਆ ਵੀ ਕੀਰਤਪੁਰ ਕਿਉਂ ਗਏ, ਸਿੱਧਾ ਅਨੰਦਪੁਰ ਸਾਹਿਬ ਕਿਉਂ ਨਹੀਂ ਗਏ? ਕੀਰਤਪੁਰ ਆਏ ਸੀ ਗੋਬਿੰਦ ਰਾਏ ਜੀ ਤੇ ਮਾਤਾ ਗੁਜਰੀ ਜੀ ਤੇ ਪੂਰੀ ਸਿੱਖ ਸੰਗਤ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰ ਰਾਏ ਜੀ ਦਾ ਅੰਤਿਮ ਸੰਸਕਾਰ ਕੀਰਤਪੁਰ ਸਾਹਿਬ ਕੀਤਾ ਗਿਆ ਸੀ। ਪਰ ਗੋਬਿੰਦ ਰਾਏ ਜੀ ਇਹ ਫੈਸਲਾ ਲੈਂਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਊਗਾ। ਉਸ ਟਾਈਮ ਤੇ ਗੋਬਿੰਦ ਰਾਏ ਜੀ ਦੀ ਉਮਰ ਸੀ ਸਿਰਫ 9 ਸਾਲ, ਭਾਈ ਜੈਤਾ ਜੀ ਦੀ ਉਮਰ ਸੀ 15 ਸਾਲ। ਉੱਥੇ ਫਿਰ ਗੋਬਿੰਦ ਰਾਏ ਜੀ ਭਾਈ ਜੈਤਾ ਜੀ ਨੂੰ ਗਲਵੱਕੜੀ ਪਾਉਂਦੇ ਨੇ ਤੇ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦਿੰਦੇ ਨੇ। ਉਸ ਤੋਂ ਬਾਅਦ ਮੋਹ ਤਾਂ ਪਹਿਲਾਂ ਹੀ ਸੀਗਾ ਭਾਈ ਜੈਤਾ ਜੀ ਨਾਲ, ਉਸ ਤੋਂ ਬਾਅਦ ਬਹੁਤ ਜ਼ਿਆਦਾ ਪਿਆਰ ਵੱਧ ਗਿਆ ਸੀ ਭਾਈ ਜੈਤਾ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ। ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਜਵਾਨੀ ਵੱਲ ਪੈਰ ਰੱਖਿਆ। ਆਨੰਦਪੁਰ ਦੀ ਧਰਤੀ ਤੇ 5 ਕਿਲੇ ਉਸਾਰੇ ਤੇ ਆਨੰਦਗੜ੍ਹ ਦੇ ਕਿਲੇ ਦੇ ਪੱਛਮ ਵਾਲੀ ਕੰਧ ਵੱਲ ਨੂੰ ਭਾਈ ਜੈਤਾ ਜੀ ਲਈ ਇੱਕ ਘਰ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਅੱਜ ਵੀ ਉਹ ਮੌਜੂਦ ਆ ਜਗ੍ਹਾ। ਗੁਰੂ ਗੋਬਿੰਦ ਸਿੰਘ ਜੀ ਨੇ ਹੀ ਭਾਈ ਜੈਤਾ ਜੀ ਦਾ ਵਿਆਹ ਕਰਵਾਇਆ ਸੀ। ਜਦੋਂ ਰਣਜੀਤ ਨਗਾਰਾ ਬਣਵਾਇਆ ਸੀ ਗੁਰੂ ਜੀ ਨੇ, ਜਿਹਦਾ ਕਰਕੇ ਪਹਾੜੀ ਰਾਜਿਆਂ ਨੂੰ ਮਿਰਚ ਲੱਗੀ ਸੀ ਤੇ ਇਹ ਸਾਰਾ ਜਿਹੜਾ ਜੰਗਾਂ ਯੁੱਧਾਂ ਦਾ ਸਿਲਸਿਲਾ ਸੀ ਉਹ ਸ਼ੁਰੂ ਹੋਇਆ ਸੀ। ਉਹ ਰਣਜੀਤ ਨਗਾਰੇ ਦੇ ਸਭ ਤੋਂ ਮੇਨ ਨਗਾਰਚੀ ਸੀਗੇ ਭਾਈ ਜੈਤਾ ਜੀ। ਫਿਰ ਜਦੋਂ ਖਾਲਸਾ ਪੰਥ ਸਜਾਇਆ ਤਾਂ ਭਾਈ ਜੈਤਾ ਜੀ ਨੂੰ ਅੰਮ੍ਰਿਤ ਛਕਾ ਕੇ ਬਣਾ ਦਿੱਤਾ ਗਿਆ ਭਾਈ ਜੀਵਨ ਸਿੰਘ। ਹੁਣ ਸਿੱਖ ਇਤਿਹਾਸ 'ਚ ਇਹ ਇਕੱਲਾ ਸਿੱਖ ਹੈ ਜਿਹਦਾ ਪਹਿਲਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਤੇ ਦੂਜਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ। ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਭਾਈ ਜੈਤਾ ਜੀ ਨੂੰ 4 ਸਾਹਿਬਜ਼ਾਦਿਆਂ ਦੇ ਨਾਲ ਅੰਮ੍ਰਿਤ ਛਕਾਇਆ ਗਿਆ ਸੀ ਤੇ ਉਹ ਭਾਈ ਜੈਤਾ ਜੀ ਨੂੰ 5ਵਾਂ ਸਾਹਿਬਜ਼ਾਦਾ ਲਿਖਦੇ ਨੇ। ਇੰਨਾ ਪਿਆਰ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਜੈਤਾ ਜੀ ਨਾਲ। ਗੁਰੂ ਗੋਬਿੰਦ ਸਿੰਘ ਜੀ ਦੀਆਂ ਤਕਰੀਬਨ ਸਾਰੀਆਂ ਜੰਗਾਂ 'ਚ ਭਾਈ ਜੈਤਾ ਜੀ ਬਹੁਤ ਬਹਾਦਰੀ ਨਾਲ ਲੜੇ। ਇੰਨੇ ਬਹਾਦਰ ਯੋਧਾ ਸੀ ਕਿ ਜੰਗ ਦੇ ਮੈਦਾਨ 'ਚ ਭੱਜਦੇ ਘੋੜੇ ਦੇ ਉੱਤੇ ਖੜੇ ਹੋ ਜਾਂਦੇ ਸੀ ਤੇ ਇੱਕੋ ਹੀ ਸਮੇਂ ਦੋਨੋਂ ਹੱਥ 'ਚ ਬੰਦੂਕਾਂ ਫੜ ਕੇ ਚਲਾਉਣ ਲੱਗ ਜਾਂਦੇ ਸੀ ਤੇ ਭਾਜਣਾ ਪਾਉਂਦੇ ਸੀ ਵੈਰੀਆਂ ਨੂੰ। ਗੁਰੂ ਗੋਬਿੰਦ ਸਿੰਘ ਜੀ ਦੀਆਂ ਕਈ ਜੰਗਾਂ 'ਚ ਭਾਈ ਜੈਤਾ ਜੀ ਉਹਨਾਂ ਦੇ ਸੈਨਾਪਤੀ ਵੀ ਰਹੇ ਨੇ। ਤੇ ਫਿਰ ਵੇਲਾ ਆਉਂਦਾ ਹੈ ਜਦੋਂ ਆਨੰਦਪੁਰ ਨੂੰ ਘੇਰਾ ਪੈ ਜਾਂਦਾ ਹੈ। ਉਸ ਸਮੇਂ ਵੀ ਆਨੰਦਪੁਰ ਦੇ ਕਿਲੇ 'ਚ ਮੌਜੂਦ ਸੀਗੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਉਦੋਂ ਵੀ ਨਾਲ ਸੀਗੇ। ਸਰਸਾ ਨਦੀ ਤੇ ਜਿਹੜਾ ਆਪਾਂ ਕਹਿੰਦੇ ਆ ਨਾ ਯੁੱਧ ਹੋਇਆ ਸੀਗਾ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਪਾਰ ਕਰ ਰਿਹਾ ਸੀ ਤਾਂ ਉੱਥੇ ਹਮਲਾ ਕੀਤਾ ਗਿਆ ਸੀ ਮੁਗਲ ਸੈਨਾ ਵੱਲੋਂ। ਸਾਹਿਬਜ਼ਾਦਾ ਅਜੀਤ ਸਿੰਘ ਜੀ ਸਰਸਾ ਨਦੀ ਦੇ ਕੰਢੇ ਮੁਗਲਾਂ ਦਾ ਟਾਕਰਾ ਕਰ ਰਹੇ ਸੀ ਤੇ ਉਹਨਾਂ ਨੂੰ ਰੋਕ ਰਹੇ ਸੀ। ਕਈ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਸਮਾਂ ਐਸਾ ਆਉਂਦਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਕਈ ਮੁਗਲ ਘੇਰ ਲੈਂਦੇ ਨੇ ਤੇ ਉਧਰੋਂ ਇੱਕ ਘੋੜਸਵਾਰ ਧੂੜਾਂ ਪੱਟਦਾ ਤੇ ਸ਼ੂਕਦਾ ਆਉਂਦਾ ਹੈ। ਉਹ ਭਾਈ ਜੈਤਾ ਜੀ ਸੀਗੇ। ਪੂਰੇ ਜੋਸ਼ 'ਚ ਜਕਾਰੇ ਲਾਉਂਦੇ ਫਿਰ ਮੁਗਲਾਂ ਦੇ ਗਾਟੇ ਲਾਉਂਦੇ ਨੇ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਉੱਥੋਂ ਕਹਿੰਦੇ ਨੇ ਕਿ ਤੁਸੀਂ ਪਰਿਵਾਰ ਦੇ ਨਾਲ ਜਾਓ, ਇਹਨਾਂ ਨੂੰ ਮੈਂ ਦੇਖਦਾ। ਉੱਥੇ ਫਿਰ ਉਹਨਾਂ ਨੇ ਕਿੰਨੇ ਹੀ ਮੁਗਲਾਂ ਦੀਆਂ ਗਰਦਨਾਂ ਲਾਹੀਆਂ।
ਹੁਣ ਜਦੋਂ ਭਾਈ ਜੈਤਾ ਜੀ ਦੀ ਸ਼ਹਾਦਤ ਤੇ ਆਪਾਂ ਆਉਣੇ ਆ ਤਾਂ ਉੱਥੇ ਦੋ ਵਿਚਾਰ ਨੇ ਇਤਿਹਾਸਕਾਰਾਂ 'ਚ। ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਸਰਸਾ ਨਦੀ ਦੇ ਕੰਢੇ ਤੇ ਹੀ ਉਹਨਾਂ ਦੀ ਸ਼ਹਾਦਤ ਹੋਈ। ਦੂਜਾ ਮਤ ਇਹ ਆ ਕਿ ਉਹਨਾਂ ਦੀ ਸ਼ਹਾਦਤ ਚਮਕੌਰ ਦੀ ਗੜੀ 'ਚ ਹੋਈ। ਇੱਕ ਇਤਿਹਾਸਕਾਰ ਇਹ ਲਿਖਦਾ ਹੈ ਕਿ ਜਦੋਂ ਭਾਈ ਜੈਤਾ ਜੀ ਦੀ ਸ਼ਹਾਦਤ ਹੁੰਦੀ ਆ ਤਾਂ ਉਹਨਾਂ ਨੇ ਬਿਨਾਂ ਰੁਕੇ 4 ਘੰਟੇ ਤਲਵਾਰ ਚਲਾਈ ਤੇ ਦੁਸ਼ਮਣਾਂ ਦੀਆਂ ਗਰਦਨਾਂ ਲਾਹੀਆਂ। ਬਹਾਦਰੀ ਨਾਲ ਲੜਦਿਆਂ, ਦੁਸ਼ਮਣਾਂ ਨੂੰ ਮਾਰਦਿਆਂ ਇੱਕ ਪਹਾੜੀ ਰਾਜਿਆਂ ਦੀ ਗੋਲੀ ਆਉਂਦੀ ਆ ਤੇ ਭਾਈ ਜੈਤਾ ਜੀ ਦੇ ਸੀਨੇ ਚੋਂ ਪਾਰ ਲੰਘ ਜਾਂਦੀ ਆ ਤੇ ਗੁਰੂ ਦਾ ਉਹ ਮਹਾਨ ਸਿੱਖ ਫਿਰ ਉੱਥੇ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ। ਇਹ ਸੀ ਭਾਈ ਜੈਤਾ ਜੀ ਦਾ ਪੂਰਾ ਇਤਿਹਾਸ, ਜੋ ਕਿ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ। ਅਸੀਂ ਬਹੁਤ ਲਿਮਿਟਡ ਕਰ ਦਿੰਦੇ ਹਾਂ ਆਪਣੇ ਸਿੱਖ ਸ਼ਹੀਦਾਂ ਨੂੰ, ਸਿੱਖ ਜਰਨੈਲਾਂ ਨੂੰ। ਸਾਨੂੰ ਪੂਰਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਾ ਪਿਆਰਾ ਸਿੱਖ ਸੀ ਭਾਈ ਜੈਤਾ ਜੀ ਗੁਰੂ ਸਾਹਿਬ ਦਾ। ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਸਕਦੇ ਹੋ। ਸਿੱਖ ਇਤਿਹਾਸ ਨਾਲ ਜੁੜੀਆਂ ਇੱਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਸਾਡੀ ਇੱਕ ਬੇਨਤੀ ਆ ਕਿ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਉਹ ਸਿੱਖ ਇਤਿਹਾਸ ਨਾਲ ਜੁੜ ਸਕਣ। ਤੁਸੀਂ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ, ਇਹ ਸਾਨੂੰ ਜ਼ਰੂਰ ਦੱਸ ਦਿਆ ਕਰੋ। ਅਗਲੀ ਵੀਡੀਓ ਤੁਹਾਨੂੰ ਕਿਸ ਟੌਪਿਕ ਤੇ ਚਾਹੀਦੀ ਆ ਇਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ। ਸਾਨੂੰ ਸਪੋਰਟ ਤੇ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।